ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਵਡਹੰਸ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 20 ਔਰ 21 ਨੰਬਰ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। 20 ਨੰਬਰ ਪੌੜੀ ਦੇ ਨਾਲ ਸਭ ਤੋਂ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 594 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਘਰ ਹੀ ਮੁੰਦ ਵਿਦੇਸ਼ ਫਿਰ ਨਿਤ ਝੂਰੇ ਸੰਭਾਲੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘਰ ਹੀ ਦਾ ਮਤਲਬ ਘਰ ਵਿੱਚ ਹੀ, ਮੁੰਦ ਦਾ ਮਤਲਬ ਜੀਵ ਇਸਤਰੀ, ਫਿਰ ਦਾ ਮਤਲਬ ਪਤੀ, ਵਿਦੇਸ਼ ਦਾ ਮਤਲਬ ਵਿਦੇਸ਼ ਵਿੱਚ ਯਾਨੀ ਬਾਹਰ, ਝੂਰੇ ਦਾ ਮਤਲਬ ਝੂਰਦੀ ਹੈ, ਦੁਖੀ ਹੁੰਦੀ ਹੈ। ਘਰ ਹੀ ਮੁੰਦ ਵਿਦੇਸ਼ ਫਿਰ, ਜੋ ਪਤੀ ਪਰਮਾਤਮਾ ਹੈ, ਰੱਬ ਹੈ, ਉਹ ਹਿਰਦੇ ਘਰ ਦੇ ਵਿੱਚ ਹੀ ਹੈ, ਅੰਦਰ ਹੈ। ਲੇਕਿਨ ਜੋ ਜੀਵ ਇਸਤਰੀ ਹੈ, ਮਨੁੱਖ ਹੈ, ਵਿਦੇਸ਼ ਦੇ ਅੰਦਰ ਬਾਹਰ ਉਹਨੂੰ ਢੂੰਡਦਾ ਹੈ ਔਰ ਨਿਤ ਹੀ ਝੂਰਦਾ ਹੈ, ਨਿਤ ਹੀ ਦੁਖੀ ਹੁੰਦਾ ਹੈ ਕਿ ਰੱਬ ਘਰ ਵਿੱਚ ਹੈ, ਰੱਬ ਸਾਡੇ ਸਾਰਿਆਂ ਦੇ ਅੰਦਰ ਹੈ, ਲੇਕਿਨ ਬੰਦਾ ਉਸ ਨੂੰ ਬਾਹਰ ਲੱਭਦਾ ਫਿਰਦਾ ਹੈ ਔਰ ਬਾਹਰ ਲੱਭਦਾ ਹੋਇਆ ਝੂਰਦਾ ਔਰ ਦੁਖੀ ਹੁੰਦਾ ਹੈ। ਦੇਖੋ ਕਿੰਨੀ ਵੱਡੀ ਸਾਡੀ ਸਮੱਸਿਆ ਦਾ ਸੋਲੂਸ਼ਨ ਹੁੰਦਾ ਹੈ ਕਿ ਆਮ ਆਦਮੀ ਜੋ ਹੈ ਬਾਹਰ ਲੱਭ ਰਿਹਾ ਹੈ ਕਿ ਸ਼ਾਇਦ ਉੱਤੇ ਸੱਚਖੰਡ ਵਿੱਚ ਰੱਬ ਵੱਖਰਾ ਬੈਠਾ ਹੈ, ਜਾਂ ਕਿਤੇ ਸਵਰਗ ਵਿੱਚ ਵੱਖਰਾ ਬੈਠਾ ਹੈ, ਜਾਂ ਕਿਤੇ ਜੰਨਤ ਵਿੱਚ ਹੈ, ਜਾਂ ਬੈਕੁੰਠ ਧਾਮ ਵਿੱਚ ਹੈ, ਜਾਂ ਜੰਗਲਾਂ ਵਿੱਚ ਹੈ। ਤਾਂ ਹਰ ਇੱਕ ਦੇ ਅੰਦਰ ਹੈ। ਔਰ ਗੁਰੂ ਪਾਤਸ਼ਾਹ ਜੀ ਨੇ ਤਾਂ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਇਸ ਲਈ ਰੱਬ ਅੰਦਰ ਹੈ ਔਰ ਇਹ ਮਨੁੱਖ ਉਸ ਨੂੰ ਬਾਹਰ ਢੂੰਡਦਾ ਹੈ, ਇਸੇ ਕਰਕੇ ਨਿਤ ਹੀ ਦੁਖੀ ਹੁੰਦਾ ਹੈ। ਮਿਲਦਿਆਂ ਢਿੱਲ ਹੋਵਈ ਜੇ ਨੀਅਤ ਰਾਸ ਕਰੇ। ਹੁਣ ਮਿਲਾਪ ਕਿਉਂ ਨਹੀਂ ਹੁੰਦਾ? ਕਿਉਂਕਿ ਨੀਅਤ ਸਾਫ਼ ਨਹੀਂ ਹੈ। ਜੇ ਨੀਅਤ ਸਾਫ਼ ਕਰੇ ਤਾਂ ਪ੍ਰਭੂ ਨੂੰ ਮਿਲਦਿਆਂ ਢਿੱਲ ਨਹੀਂ ਲੱਗਦੀ। ਢਿੱਲ ਨਹੀਂ ਲੱਗਦੀ ਦਾ ਮਤਲਬ ਦੇਰ ਨਹੀਂ ਹੁੰਦੀ, ਇੱਕ ਪਲ ਦੀ ਵੀ ਦੇਰ ਨਹੀਂ ਲੱਗਦੀ ਜੇ ਬੰਦਾ ਨੀਅਤ ਰਾਸ ਕਰ ਲਵੇ। ਔਰ ਗੁਰਦੇਵ ਪਾਤਸ਼ਾਹ ਨੇ ਹੋਰ ਥਾਵਾਂ ਤੇ ਵੀ ਬਚਨ ਕੀਤਾ ਹੈ ਕਿ ਜੇ ਨੀਅਤ ਨੂੰ ਰਾਸ ਕਰ ਲਵੇ ਬੰਦਾ ਤਾਂ ਫਿਰ ਅੰਦਰੋਂ ਹੀ ਰੱਬ ਮਿਲੇਗਾ। ਗੱਲ ਤਾਂ ਨੀਅਤ ਰਾਸ ਕਰਨ ਦੀ ਹੈ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਈ ਰਹੇ, ਸਭ ਜਗ ਤੇਰਾ ਹੋਏ। ਹੋਂ ਢੂੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ, ਮੇਰੇ ਨਾਲ ਹੈ। ਤਾਂ ਇਹਦਾ ਮਤਲਬ ਰੱਬ ਨੂੰ ਮਿਲਣ ਦੀ ਪ੍ਰੋਬਲਮ ਨਹੀਂ ਹੈ, ਰੱਬ ਤਾਂ ਇੱਕ ਪਲ ਵਿੱਚ ਮਿਲ ਜਾਏਗਾ। ਪ੍ਰੋਬਲਮ ਨੀਅਤ ਰਾਸ ਕਰਨ ਦੀ ਹੈ। ਜੇ ਬੰਦੇ ਦੀ ਨੀਅਤ ਠੀਕ ਨਹੀਂ ਹੈ, ਨੀਅਤ ਦਾ ਮਤਲਬ ਸੋਚ ਠੀਕ ਨਹੀਂ ਹੈ, ਤਾਂ ਫਿਰ ਰੱਬ ਦੀ ਦੂਰੀ ਹੀ ਦੂਰੀ ਹੈ। ਤੇ ਜੇ ਆਪਣੀ ਨੀਅਤ ਨੂੰ ਸਾਫ਼ ਕਰ ਲੈ, ਸੋਚ ਨੂੰ ਸਾਫ਼ ਕਰ ਲੈ, ਤਾਂ ਇਹ ਹੁਣੇ ਰੱਬ ਦੇ ਨਾਲ ਮਿਲ ਜਾਏਗਾ। ਹੁਣ ਰੱਬ ਦੇ ਮਿਲਣ ਦੀ ਦੇਰ ਨਹੀਂ ਹੈ, ਦੇਰ ਇਹ ਹੈ ਕਿ ਅਸੀਂ ਆਪਣੀ ਨੀਅਤ ਨੂੰ ਕਿੰਨੇ ਚਿਰ ਵਿੱਚ ਸਾਫ਼ ਕਰਾਂਗੇ, ਅਸੀਂ ਆਪਣੀ ਸੋਚ ਨੂੰ ਕਦੋਂ ਪਾਵਨ ਪਵਿੱਤਰ ਕਰਾਂਗੇ। ਜਦੋਂ ਵੀ ਬੰਦਾ ਸੋਚ ਨੂੰ ਸਾਫ਼ ਕਰ ਲਏਗਾ, ਉਸੇ ਵੇਲੇ ਰੱਬ ਦੇ ਵਿੱਚ ਮਿਲ ਜਾਏਗਾ। ਇਸ ਲਈ ਪ੍ਰੋਬਲਮ ਰੱਬ ਦੇ ਮਿਲਾਪ ਦੀ ਨਹੀਂ ਹੈ, ਪ੍ਰੋਬਲਮ ਨੀਅਤ ਨੂੰ ਰਾਸ ਕਰਨ ਦੀ ਹੈ, ਨੀਅਤ ਸਾਫ਼ ਕਰਨ ਦੀ ਹੈ। ਆਮ ਜੋ ਇਨਸਾਨ ਹੈ ਉਹਦੀ ਨੀਅਤ ਸਾਫ਼ ਨਹੀਂ ਹੈ, ਉਹਦੀ ਸੋਚ ਸਾਫ਼ ਨਹੀਂ ਹੈ, ਸੋਚ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ। ਅਗਲਾ ਬਚਨ ਕਰਦੇ ਨੇ ਮਹਿਲਾ ਪਹਿਲਾ। ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ। ਇੱਥੇ ਗਾਲੀ ਨਹੀਂ ਪੜਨਾ, ਗਾਲੀ, ਗੱਗੇ ਦੇ ਉੱਤੇ ਅੱਧਕ ਲਗਾ ਕੇ ਗਾਲੀ। ਗਾਲੀ ਦਾ ਮਤਲਬ ਗੱਲਾਂ, ਕੂੜੀਆਂ ਦਾ ਮਤਲਬ ਝੂਠੀਆਂ। ਬਾਜ ਪ੍ਰੀਤ ਕਰੇ, ਬਾਜ ਪ੍ਰੀਤ ਕਰੇ ਦਾ ਮਤਲਬ ਜਿਹੜੀਆਂ ਗੱਲਾਂ ਸਾਨੂੰ ਰੱਬ ਦੀ ਪ੍ਰੀਤ ਤੋਂ ਵਾਂਝਿਆ ਕਰਦੇ ਨੇ, ਉਹ ਗੱਲਬਾਤ ਜਾਂ ਉਹ ਗੱਲਬਾਤਾਂ ਝੂਠੀਆਂ ਨੇ ਜੋ ਹਰੀ ਪਿਆਰ ਤੋਂ ਦੂਰ ਕਰਦੀ ਹੈ। ਜਿਹੜੀ ਗੱਲਬਾਤ, ਜਿੰਨੀਆਂ ਵੀ ਗੱਲਾਂ ਨੇ, ਜਿੰਨੇ ਵੀ ਬਚਨ ਬਿਲਾਸ ਨੇ, ਬੋਲ ਬਾਣੀ ਹੈ, ਜੋ ਸਾਨੂੰ ਰੱਬ ਤੋਂ, ਰੱਬੀ ਗੁਣਾ ਤੋਂ, ਰੱਬੀ ਹੁਕਮ ਤੋਂ ਦੂਰ ਲੈ ਜਾਂਦੀਆਂ ਨੇ, ਉਹ ਗੱਲਾਂ ਬਾਤਾਂ ਝੂਠੀਆਂ ਨੇ।
ਜਿਵੇਂ ਮਿਸਾਲ ਵਜੋਂ ਆ ਕਰਮ ਕਾਂਡਾਂ ਦੀ ਗੱਲ ਅਸੀਂ ਰੋਜ਼ ਕਰਦੇ ਹਾਂ, ਤਾਂ ਕਰਮ ਕਾਂਡ ਸਾਨੂੰ ਸੱਚਾਈ ਤੋਂ ਦੂਰ ਲੈ ਜਾਂਦੇ। ਜਿਵੇਂ ਈਰਖਾ, ਦਵੇਸ਼, ਵੈਰ ਵਿਰੋਧ ਦੀਆਂ ਗੱਲਾਂ ਨੇ, ਤਾਂ ਇਹ ਸਾਨੂੰ ਰੱਬੀ ਪ੍ਰੀਤ ਤੋਂ ਦੂਰ ਹੀ ਲੈ ਜਾਂਦੀਆਂ ਨੇ, ਰੱਬੀ ਪ੍ਰੀਤ ਤੋਂ ਸਖਣਿਆ ਹੀ ਕਰਦੀਆਂ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਉਹ ਗੱਲਾਂ ਬਾਤਾਂ ਸਾਨੂੰ ਰੱਬੀ ਪ੍ਰੀਤ ਤੋਂ ਦੂਰ ਲੈ ਜਾਣ, ਉਹ ਗੱਲਬਾਤ ਕਰਨੀ ਹੀ ਝੂਠੀ ਹੈ, ਉਹ ਵਿਚਾਰ ਹੀ ਝੂਠੇ ਨੇ। ਤੇ ਦੂਜੀ ਗੱਲ, ਜੇ ਅੰਦਰ ਪ੍ਰੀਤ ਨਹੀਂ ਹੈ ਤੇ ਨਿਰੀਆਂ ਰੱਬ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ ਉਹ ਵੀ ਕੂੜੀਆਂ ਰਹਿ ਜਾਣਗੀਆਂ, ਕਿਉਂਕਿ ਅੰਦਰ ਪ੍ਰੀਤ ਨਹੀਂ ਹੈ ਨਾ। ਇਸ ਲਈ ਪਿਆਰ ਦੇ ਨਾਲ ਰੱਬ ਦੀ ਗੱਲਬਾਤ ਕਰਨੀ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਕਰਨਾ ਹੈ। ਉਹ ਗੱਲਾਂ ਬਾਤਾਂ, ਉਹ ਵਿਚਾਰ ਜੋ ਸਾਨੂੰ ਰੱਬੀ ਪ੍ਰੀਤ ਤੋਂ ਖਾਲੀ ਕਰਨ, ਉਹ ਝੂਠੇ ਨੇ, ਨਾਸ਼ਮਾਨ। ਤਿੱਚਰ ਜਾਣੇ ਭਲਾ ਕਰ, ਜਿੱਚਰ ਲੇਵੈ ਦੇ। ਜਦੋਂ ਤਾਈਂ ਰੱਬ ਕੁਛ ਦੇ ਰਿਹਾ ਹੈ ਔਰ ਬੰਦਾ ਕੁਛ ਲੈ ਰਿਹਾ ਹੈ, ਉਦੋਂ ਤੱਕ ਬੰਦਾ ਉਹਨੂੰ ਚੰਗਾ ਸਮਝਦਾ ਹੈ, ਰੱਬ ਨੂੰ ਚੰਗਾ ਸਮਝਦਾ ਹੈ। ਜਦੋਂ ਤੱਕ ਕੋਈ ਬੰਦਾ ਦੇ ਰਿਹਾ ਹੈ ਔਰ ਇੱਕ ਲੈ ਰਿਹਾ ਹੈ, ਉਦੋਂ ਤੱਕ ਉਹਨੂੰ ਚੰਗਾ ਸਮਝਿਆ ਜਾ ਰਿਹਾ ਹੈ। ਆਮ ਦੁਨੀਆ ਵਿੱਚ ਵੀ ਵੇਖ ਲਓ, ਜਦੋਂ ਕੋਈ ਬੰਦਾ ਸਾਡੇ ਕੰਮ ਆਉਂਦਾ ਰਹਿੰਦਾ ਹੈ, ਅਸੀਂ ਉਹਨੂੰ ਠੀਕ ਸਮਝਦੇ ਹਾਂ, ਤੇ ਜੇ ਉਹ ਸਾਨੂੰ ਇਨਕਾਰ ਕਰਦਾ ਹੈ, 90 ਕੰਮ ਉਹਨੇ ਕੀਤੇ ਹੋਣ ਤੇ ਇੱਕ ਨਾ ਕਰੇ, ਤੇ ਸਾਨੂੰ ਉਹ ਭੈੜਾ ਲੱਗਣ ਲੱਗ ਜਾਂਦਾ। ਇਸੇ ਤਰ੍ਹਾਂ ਅਸੀਂ ਕਿਸੇ ਦੇ ਕੰਮ ਆ ਰਹੇ ਹਾਂ, ਕਿਸੇ ਨੂੰ ਕੁਝ ਦੇ ਰਹੇ ਹਾਂ, ਤਾਂ ਅਸੀਂ ਉਹਨੂੰ ਚੰਗੇ ਲੱਗਦੇ ਹਾਂ। ਤੁਸੀਂ ਕਿਸੇ ਨੂੰ ਇੱਕ ਵਾਰੀ ਨਾ ਕਰ ਦਿਓ, ਤੁਹਾਡੀ ਪਿਛਲੀ ਕੀਤੀ ਕਤਰੀ ਖੂਚ ਪੈ ਜਾਏਗੀ। ਆਮ ਹੈ ਨਾ ਲੈਣ ਦੇਣ, ਜਦ ਤੱਕ ਕੋਈ ਦੇ ਰਿਹਾ ਹੈ, ਕਿਸ ਤੋਂ ਸੁੱਖ ਮਿਲ ਰਿਹਾ ਹੈ, ਉਹ ਚੰਗਾ, ਜੇ ਉਹਦੇ ਤੋਂ ਕੁਝ ਮਿਲ ਨਹੀਂ ਰਿਹਾ ਤੇ ਉਹ ਮਾੜਾ। ਹੁਣ ਇਹੀ ਗੱਲ ਅਸੀਂ ਰੱਬ ਤੇ ਲਾਗੂ ਕਰਦੇ ਹਾਂ। ਅਸੀਂ ਮੰਗਦੇ ਹਾਂ, ਸਾਨੂੰ ਮਿਲ ਗਿਆ, ਠੀਕ ਹੈ, ਨਹੀਂ ਮਿਲਿਆ ਤੇ ਕਿਸੇ ਹੋਰ ਰੱਬ ਕੋਲ ਅਸੀਂ ਰੱਬ ਬਦਲ ਲੈਂਦੇ ਹਾਂ। ਅਸੀਂ ਆਪਣੇ ਬਾਬੇ ਬਦਲ ਲੈਂਦੇ ਹਾਂ, ਮੜੀਆਂ ਬਦਲ ਲੈਂਦੇ ਹਾਂ, ਕਬਰਾਂ ਬਦਲ ਲੈਂਦੇ ਹਾਂ। ਮੇਰਾ ਮਤਲਬ ਇਹ ਨਹੀਂ ਕਿ ਮੜੀਆਂ ਕਬਰਾਂ ਦੀ ਪੂਜਾ ਕਰੋ, ਸਗੋਂ ਰੱਬ ਨੂੰ ਛੱਡ ਕੇ ਕਬਰਾਂ ਵੱਲ ਤੁਰ ਜਾਂਦਾ, ਇੱਕ ਕਬਰ ਤੇ ਦੂਜੀ ਕਬਰ ਤੇ ਤੀਜੀ ਤੇ ਚੌਥੀ, ਇੱਕ ਬਾਬੇ ਕੋਲ, ਦੂਜੇ ਬਾਬੇ ਕੋਲ, ਤੀਜੇ ਕੋਲ, ਚੌਥੇ ਕੋਲ। ਤਾਂ ਜਦੋਂ ਤੱਕ ਸਾਨੂੰ ਸੁੱਖ ਮਿਲ ਰਿਹਾ ਹੈ, ਉਦੋਂ ਤੱਕ ਬੰਦਾ ਰੱਬ ਨੂੰ ਠੀਕ ਸਮਝਦਾ ਹੈ। ਜੇ ਕਿਤੇ ਦੁੱਖ ਆ ਜਾਏ ਤੇ ਉਹਨੂੰ ਚੰਗਾ ਨਹੀਂ ਲੱਗਦਾ। ਯਾਨੀ ਇਹ ਪ੍ਰੀਤ ਨਹੀਂ ਹੈ। ਗੁਰੂ ਜੀ ਇੱਥੇ ਦੱਸਣਾ ਚਾਹੁੰਦੇ ਨੇ ਕਿ ਜਿੱਥੇ ਲਾਲਚ ਹੈ, ਜਿੱਥੇ ਲੱਭ ਹੈ, ਉੱਥੇ ਸੱਚੀ ਪ੍ਰੀਤ ਨਹੀਂ ਹੈ। ਇਹੋ ਜਿਹੀ ਪ੍ਰੀਤ ਸਾਨੂੰ ਰੱਬ ਤੋਂ, ਸੱਚ ਤੋਂ ਦੂਰ ਲੈ ਜਾਂਦੀ ਹੈ। ਇਸ ਲਈ ਸੱਚਾਈ ਦੇ ਨਾਲ ਪ੍ਰੀਤ ਪਾਣੀ। ਪੌੜੀ, ਜਿਨ ਉਪਾਏ ਜੀ ਤਿਨ ਹਰ ਰਾਖਿਆ। ਜਿਸ ਹਰੀ ਨੇ ਜੀਵ ਪੈਦਾ ਕੀਤੇ ਨੇ, ਉਸੇ ਨੇ ਇਹਨਾਂ ਦੀ ਰੱਖਿਆ ਕੀਤੀ ਹੈ, ਉਹ ਵੀ ਰੱਖਿਆ ਕਰਦਾ ਹੈ। ਯਾਨੀ ਰੱਬੀ ਹੁਕਮ ਦੇ ਅੰਦਰ ਜੀਵ ਜੰਤ ਪੈਦਾ ਹੋਏ ਨੇ, ਤੇ ਰੱਬੀ ਹੁਕਮ ਸਿਸਟਮ ਦੇ ਅੰਦਰ ਹੀ ਰੱਖਿਆ ਹੋ ਰਹੀ ਹੈ, ਪਾਲਣਾ ਵੀ ਹੋ ਰਹੀ ਹੈ। ਇੱਥੇ ਖਾਣ ਪੀਣ ਨੂੰ ਮਿਲ ਰਿਹਾ ਹੈ, ਇੱਥੇ ਸਾਰਾ ਸਿਸਟਮ ਚੱਲ ਰਿਹਾ ਹੈ। ਦਿਨ ਰਾਤਾਂ ਬਦਲ ਰਹੀਆਂ ਨੇ, ਰੁੱਤਾਂ ਬਦਲ ਰਹੀਆਂ ਨੇ, ਫਸਲਾਂ ਪੈਦਾ ਹੋ ਰਹੀਆਂ ਨੇ, ਜਾਂ ਹੋਰ ਸਾਰਾ ਜਿੰਨਾ ਵੀ ਸ੍ਰਿਸ਼ਟੀ ਦਾ, ਸਾਡੇ ਜੀਵਨ ਦਾ ਸੰਚਾਲਨ ਹੋ ਰਿਹਾ ਹੈ, ਇਹ ਸਾਰਾ ਕੁਝ ਰੱਬੀ ਹੁਕਮ ਦੇ ਵਿੱਚ ਹੋ ਰਿਹਾ ਹੈ। ਨਾ ਤੇ ਕੋਈ ਹੋਰ ਕਿਸੇ ਸਿਸਟਮ ਵਿੱਚ ਪੈਦਾ ਹੀ ਹੋ ਰਿਹਾ ਹੈ, ਨਾ ਕਿਸੇ ਹੋਰ ਦੇ ਹੁਕਮ ਦੇ ਅੰਦਰ ਪਾਲਣਾ ਹੋ ਰਹੀ ਹੈ। ਰੱਬ ਨੇ ਜੀਵ ਪੈਦਾ ਕੀਤੇ ਨੇ ਔਰ ਉਹ ਹੀ ਪਾਲਣਾ ਕਰ ਰਿਹਾ ਹੈ। ਭਾਵ ਕਿ ਰੱਬੀ ਹੁਕਮ ਦੇ ਅੰਦਰ ਜੀਵ ਜੰਤ ਪੈਦਾ ਹੁੰਦੇ ਨੇ ਔਰ ਰੱਬੀ ਹੁਕਮ ਵਿੱਚ ਪਾਲਣਾ ਹੋ ਰਹੀ ਹੈ। ਜੇ ਕੋਈ ਇਹ ਕਹੇ ਕਿ ਰੱਬੀ ਹੁਕਮ ਤੋਂ, ਕੁਦਰਤ ਦੇ ਨਿਯਮਾਂ ਤੋਂ ਉਲਟ ਕੁਝ ਹੋ ਸਕਦਾ ਹੈ, ਤਾਂ ਉਹ ਸਾਰਾ ਕੁਝ ਗਲਤ ਹੋਏਗਾ। ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ। ਜੋ ਜੀਵ ਉਸ ਹਰੀ ਦਾ ਆਤਮਿਕ ਜੀਵਨ ਦੇਣ ਵਾਲਾ ਸੱਚਾ ਭੋਜਨ ਚਖਦੇ ਨੇ। ਸੱਚਾ ਭੋਜਨ ਕਿਹੜਾ ਹੈ? ਅੰਮ੍ਰਿਤ, ਆਤਮਿਕ ਜੀਵਨ ਦੇਣ ਵਾਲਾ, ਜੋ ਸਾਡੇ ਅੰਦਰ ਜ਼ਮੀਰ ਜ਼ਿੰਦਾ ਕਰੇ, ਜੋ ਸਾਡੇ ਅੰਦਰ ਇਨਸਾਨੀਅਤ ਪੈਦਾ ਕਰੇ। ਉਹ ਵਿਚਾਰ, ਉਹ ਭੋਜਨ, ਉਹ ਮਾਨਸਿਕ ਖੁਰਾਕ ਸੱਚ ਹੈ, ਦਇਆ ਹੈ, ਪਿਆਰ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ। ਜਿਨ੍ਹਾਂ ਨੇ ਇਹ ਭੋਜਨ ਖਾਧਾ ਹੈ, ਹੁਣ ਦੋ ਤਰ੍ਹਾਂ ਦੀ ਖੁਰਾਕ ਹੈ ਨਾ। ਇੱਕ ਲੋਕ ਉਹ ਨੇ ਜੋ ਕੇਵਲ ਗੁਣਾਂ ਦੀ ਖੁਰਾਕ ਲੈ ਰਹੇ ਨੇ, ਮੀਨਸ ਗੁਣਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਹੇ ਨੇ। ਕੁਛ ਉਹ ਨੇ ਜਿਨ੍ਹਾਂ ਦੀ ਖੁਰਾਕ ਔਗਣ ਨੇ, ਜਦ ਤੱਕ ਉਹ ਝੂਠ ਨਾ ਬੋਲ ਲੈਣ, ਦੋ ਚਾਰ ਨਾਲ ਲੜ ਲਾ ਲੈਣ, ਉਹਨਾਂ ਨੂੰ ਰੋਟੀ ਹਜਮ ਨਹੀਂ ਹੁੰਦੀ। ਉਹਨਾਂ ਦਾ ਬੇਸ ਇਹ ਬਣਿਆ ਹੋਇਆ ਹੈ। ਤਾਂ ਜੋ ਜੀਵ ਉਸ ਹਰੀ ਦੇ ਆਤਮਿਕ ਜੀਵਨ ਦੇਣ ਵਾਲੇ ਗੁਣਾ ਰੂਪ ਭੋਜਨ ਨੂੰ ਛਕਦੇ ਨੇ, ਉਹਨਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ, ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ ਹੈ? ਤ੍ਰਿਪਤ ਰਹੇ ਆਘਾਏ ਮਿਟੀ ਭਪਾਖਿਆ। ਭਪਾਖਿਆ ਦਾ ਮਤਲਬ ਖਾਣ ਦੀ ਇੱਛਾ, ਭੁੱਖ।
ਤ੍ਰਿਸ਼ਨਾ। ਜੋ ਇਸ ਗੁਣਾ ਰੂਪ ਭੋਜਨ ਨੂੰ ਛਕਦੇ ਨੇ, ਗੁਣਾ ਨੂੰ ਮਾਣਦੇ ਨੇ, ਤ੍ਰਿਪਤ ਰਹਿ ਆਘਾਏ ਦਾ ਮਤਲਬ ਉਹ ਰੱਜ ਜਾਂਦੇ ਨੇ, ਉਹਨਾਂ ਨੂੰ ਸੰਤੋਖ ਆ ਜਾਂਦਾ ਹੈ, ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਹੈ, ਔਰ ਉਹਨਾਂ ਦੀ ਵਿਸ਼ੇ ਵਿਕਾਰਾਂ ਦੀ ਭੁੱਖ ਮਿਟ ਜਾਂਦੀ ਹੈ। ਉਹਨਾਂ ਨੂੰ ਨਿੰਦਾ ਚੁਗਲੀ ਦੇ ਵਿੱਚ ਬਿਲਕੁਲ ਵੀ ਰਸ ਨਹੀਂ ਆਉਂਦਾ, ਇਹ ਇੱਛਾ ਹੀ ਖਤਮ ਹੋ ਜਾਂਦੀ ਹੈ। ਉਹਨਾਂ ਦੇ ਅੰਦਰ ਕੇਵਲ ਗੁਣਾਂ ਦੀ ਤਾਂਗ ਰਹਿੰਦੀ ਹੈ, ਗੁਣਾਂ ਨੂੰ ਉਹ ਵਰਤਦੇ ਨੇ ਔਰ ਗੁਣਾਂ ਦੇ ਨਾਲ ਉਹ ਬਿਲਕੁਲ ਤ੍ਰਿਪਤ ਰਹਿੰਦੇ ਨੇ। ਮਤਲਬ ਕਿ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆਏ ਤਾਂ ਉਹਦੇ ਵਾਸਤੇ ਸਾਨੂੰ ਜੋ ਖੁਰਾਕ ਹੈ ਉਹ ਗੁਣਾਂ ਦੀ ਲੈਣੀ ਚਾਹੀਦੀ ਹੈ। ਮੀਨਸ ਗੁਣਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਣੀ ਚਾਹੀਦੀ ਹੈ। ਸਭ ਅੰਦਰ ਇੱਕ ਵਰਤੈ ਕਿਨੈ ਵਿਰਲੇ ਲਾਖਿਆ। ਲਾਖਿਆ ਦਾ ਮਤਲਬ ਵੇਖਿਆ, ਸਮਝਿਆ, ਸਮਝਣਾ, ਬੁੱਝਣਾ, ਜਾਣਨਾ। ਸਾਰੇ ਜੀਵਾਂ ਦੇ ਅੰਦਰ ਇੱਕ ਪ੍ਰਭੂ ਵਿਆਪਕ ਹੈ। ਕਿਸੇ ਵਿਰਲੇ ਨੇ ਇਹ ਚੀਜ਼ ਸਮਝੀ ਹੈ, ਸਾਰਿਆਂ ਨੇ ਸਮਝੀ ਨਹੀਂ। ਸਭ ਅੰਦਰ ਇੱਕ ਵਰਤੈ, ਸਾਰਿਆਂ ਦੇ ਅੰਦਰ ਇੱਕ ਵਰਤ ਰਿਹਾ ਹੈ। ਕਿੰਨੇ ਵਿਰਲੇ ਲਾਖਿਆ, ਕਿਸੇ ਵਿਰਲੇ ਨੇ ਇਹ ਚੀਜ਼ ਸਮਝੀ ਹੈ, ਇਹ ਚੀਜ਼ ਜਾਣੀ ਹੈ। ਹੁਣ ਅਸੀਂ ਕਹਾਂਗੇ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਰੱਬ ਵਰਤਦਾ, ਅਸੀਂ ਸਾਰੇ ਕਹਿ ਤੇ ਰਹੇ, ਸਾਰੀ ਦੁਨੀਆ ਕਹਿ ਰਹੀ ਹੈ ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਰੱਬ ਹਰ ਜੀਵ ਦੇ ਅੰਦਰ ਸਮਾਇਆ ਹੋਇਆ ਹੈ। ਹਿੰਦੂ, ਮੁਸਲਮਾਨ, ਸਿੱਖ ਆਦਿਕ ਸਾਰੇ ਕਹਿ ਰਹੇ ਨੇ। ਧਾਰਮਿਕ ਲੋਕ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਹਰ ਥਾਂ ਤੇ ਰੱਬ ਹੈ। ਪਰ ਨਿਰਾ ਕਹਿਣਾ ਔਰ ਸਮਝਣਾ, ਜਾਣਨਾ, ਅਪਣਾਣਾ ਇਹ ਇੱਕ ਵੱਖਰੀ ਚੀਜ਼ ਹੈ। ਕਿੰਨੇ ਕੁ ਲੋਕ ਨੇ ਇਸ ਦੁਨੀਆ ਦੇ ਅੰਦਰ ਜੋ ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਦੇ, ਉਹ ਵਿਰਲੇ ਨੇ। ਇਹ ਨਹੀਂ ਕਿ ਨਹੀਂ ਹੈ, ਉਹ ਵਿਰਲੇ ਨੇ ਜੋ ਇਨਸਾਨਾਂ ਦੇ ਅੰਦਰ ਰੱਬ ਨੂੰ ਵੇਖ ਕੇ ਇਨਸਾਨਾਂ ਦੇ ਨਾਲ ਰੱਬ ਵਰਗਾ ਪਿਆਰ ਔਰ ਰੱਬ ਵਰਗਾ ਸਤਿਕਾਰ ਕਰਦੇ ਨੇ। ਵਿਰਲੇ ਨੇ, ਹੈ ਸਾਰਿਆਂ ਦੇ ਵਿੱਚ ਇੱਕ ਹੈ, ਲੇਕਿਨ ਇਸ ਗੱਲ ਨੂੰ ਕਿਸੇ ਵਿਰਲੇ ਨੇ ਜਾਣਿਆ ਔਰ ਸਮਝਿਆ ਹੈ। ਸਾਰਿਆਂ ਵਿੱਚ ਗੁਣ ਨੇ, ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ। ਇਹੋ ਜਿਹਾ ਕੋਈ ਵਿਰਲਾ ਇਨਸਾਨ ਹੈ ਜਿਹੜਾ ਐਸੀ ਜ਼ਿੰਦਗੀ ਜੀਂਦਾ ਹੈ। ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ। ਪਾਖਿਆ ਦਾ ਮਤਲਬ ਸ਼ਰਨ। ਜਿਨ੍ਹਾਂ ਨੇ ਐਸਾ ਜਾਣ ਲਿਆ, ਜਿਨ੍ਹਾਂ ਨੇ ਐਸੀ ਜ਼ਿੰਦਗੀ ਜੀਵੀ, ਜੋ ਪ੍ਰਭੂ ਦੀ ਸ਼ਰਨ ਦੇ ਅੰਦਰ ਆ ਗਏ, ਉਹ ਇਨਸਾਨ ਨਿਹਾਲ ਹੋ ਗਿਆ। ਜਨ ਨਾਨਕ ਭੈ ਨਿਹਾਲ, ਉਹ ਵਿਰਲਾ ਦਾਸ ਪ੍ਰਭੂ ਦੇ ਪੱਖ ਕਰਕੇ ਖਿੜਿਆ ਰਹਿੰਦਾ, ਨਿਹਾਲ ਰਹਿੰਦਾ, ਖੁਸ਼ੀ ਵਿੱਚ ਰਹਿੰਦਾ, ਚੜ੍ਹਦੀ ਕਲਾ ਵਿੱਚ ਰਹਿੰਦਾ। ਉਹਦੇ ਮਨ ਦੇ ਅੰਦਰ, ਉਹਦੇ ਤਨ ਦੇ ਅੰਦਰ ਖੁਸ਼ੀਆਂ, ਉਹ ਅੰਦਰੋਂ ਵੀ ਸ਼ਾਂਤ ਤੇ ਉਹ ਬਾਹਰੋਂ ਵੀ ਪ੍ਰਸੰਨ, ਅੰਦਰੋਂ ਵੀ ਖੁਸ਼ ਤੇ ਬਾਹਰੋਂ ਵੀ ਖੁਸ਼। ਉਹ ਹਮੇਸ਼ਾ ਚੜ੍ਹਦੀ ਕਲਾ ਦੇ ਅੰਦਰ ਹੈ। ਜਿਸ ਵਿਰਲੇ ਇਨਸਾਨ ਨੇ ਸਾਰਿਆਂ ਦੇ ਅੰਦਰ ਇੱਕ ਰੱਬ ਨੂੰ ਵੇਖ ਕੇ ਸਾਰਿਆਂ ਦੇ ਨਾਲ ਐਸਾ ਬਿਹੇਵੀਅਰ ਕੀਤਾ ਹੈ, ਜਿਨਨੇ ਰੱਬੀ ਗੁਣਾਂ ਦੇ ਭੋਜਨ ਨੂੰ ਛਕਿਆ ਹੈ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਵੀ ਇਹ ਜਗਤ ਹੈ, ਸੰਸਾਰ ਹੈ, ਇਸ ਵਿੱਚ ਆਮ ਜੋ ਜੀਵ ਹੈ ਸਤਿਗੁਰ ਦੇ ਦਰਸ਼ਨ ਕਰਦਾ ਹੈ, ਸਤਿਗੁਰ ਨੂੰ ਵੇਖਦਾ ਹੈ। ਦਰਸ਼ਨ ਕਰਦੇ ਨੇ ਸਤਿਗੁਰ ਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਅਸੀਂ ਕਰ ਰਹੇ ਹਾਂ, ਰੋਜ਼ ਮੱਥਾ ਟੇਕ ਰਹੇ ਹਾਂ, ਸਾਰੀ ਦੁਨੀਆ ਦਰਸ਼ਨ ਕਰ ਰਹੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਿੰਨੇ ਲੋਕਾਂ ਨੇ ਕੀਤੇ? ਗੁਰੂ ਅੰਗਦ ਦੇਵ ਜੀ ਦੇ, ਯਾਨੀ ਜਦੋਂ ਗੁਰੂ ਜੀ ਸਰੀਰਕ ਜਾਮੇ ਵਿੱਚ ਸੀ ਉਹਨਾਂ ਦੇ ਦਰਸ਼ਨ ਕੀਤੇ। ਸਾਰੀ ਦੁਨੀਆ ਵੇਖਦੀ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਜ਼ਾਰਾਂ ਨਹੀਂ ਲੱਖਾਂ ਲੋਕ ਮੱਥਾ ਟੇਕਦੇ ਨੇ। ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਪਰ ਗੁਰੂ ਜੀ ਕਹਿੰਦੇ ਨੇ ਨਿਰਾ ਦਰਸ਼ਨ ਕਰਨ ਦੇ ਨਾਲ ਮੁਕਤੀ ਨਹੀਂ ਮਿਲਦੀ, ਜਦ ਤੱਕ ਜੀਵ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, ਜਦ ਤੱਕ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਉਹਦੇ ਮਤਲਬ, ਉਹਦੇ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਉਦੋਂ ਤੱਕ ਨਿਰਾ ਵੇਖਣ ਦੇ ਨਾਲ ਮੁਕਤੀ ਨਹੀਂ ਮਿਲਦੀ। ਦੇਖੋ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਬਾਬਾ ਸ੍ਰੀ ਚੰਦ ਜੀ ਵੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਉਹ ਲੋਕ ਵੀ ਕਰ ਰਹੇ ਨੇ ਜੋ ਗੁਰੂ ਨਾਨਕ ਦੇਵ ਨੂੰ ਭੂਤਨਾ, ਬੇਤਾਲਾ ਤੇ ਕੁਰਾਈਆ ਕਹਿੰਦੇ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਚੰਦੂ ਨੇ ਵੀ ਕੀਤੇ ਨੇ, ਜਹਾਂਗੀਰ ਨੇ ਵੀ ਕੀਤੇ ਨੇ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ
ਉਹ ਲੋਕ ਵੀ ਕਰ ਰਹੇ ਨੇ ਜੋ ਤੱਤੀ ਤਵੀ ਤੇ ਬਿਠਾ ਕੇ ਅੱਗ ਬਾਲ ਰਹੇ ਨੇ ਥੱਲੇ, ਜੋ ਤੱਤਾ ਰੇਤਾ ਸ਼ੀਸ਼ ਵਿੱਚ ਪਾ ਰਹੇ ਨੇ। ਤਾਂ ਦਰਸ਼ਨ ਕਰਨ ਦੇ ਨਾਲ ਤੇ ਕੁਛ ਨਹੀਂ ਨਾ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਤੇ ਉਹ ਜਲਾਦ ਵੀ ਕਰ ਰਿਹਾ ਹੈ ਜਿਸ ਨੇ ਗੁਰੂ ਜੀ ਦੇ ਸ਼ੀਸ਼ ਨੂੰ ਤਲਵਾਰ ਦੇ ਨਾਲ ਧੜ ਤੋਂ ਅਲੱਗ ਕੀਤਾ ਹੈ। ਗੁਰੂ ਗੋਬਿੰਦ ਜੀ ਦੇ ਦਰਸ਼ਨ ਪਹਾੜੀ ਰਾਜੇ ਵੀ ਕਰਦੇ ਨੇ ਜੋ ਮੈਦਾਨੇ ਜੰਗ ਵਿੱਚ ਲੜਾਈਆਂ ਲੜ ਰਹੇ ਨੇ। ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ, ਗੁਰੂ ਦੇ ਜੋ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਦੇ ਦਰਸ਼ਨ ਤਾਂ ਉਹ ਜਲਾਦ ਵੀ ਕਰ ਰਹੇ ਨੇ ਜੋ ਨੀਹਾਂ ਵਿੱਚ ਚਿਣ ਰਹੇ ਨੇ। ਗੱਲ ਤਾਂ ਵਿਚਾਰ ਕਰਨ ਦੀ, ਗੱਲ ਤਾਂ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਭਾਈ ਲਹਿਣਾ ਜੀ ਨੇ ਵੀ ਕੀਤੇ ਨੇ, ਲੇਕਿਨ ਕੱਲੇ ਦਰਸ਼ਨ ਨਹੀਂ ਕੀਤੇ, ਉਹਨਾਂ ਨੇ ਗੁਰੂ ਨੂੰ ਸੁਣਿਆ ਵੀ ਹੈ, ਮੰਨਿਆ ਵੀ ਹੈ। ਉਹ ਗੁਰੂ ਵਰਗੇ ਹੋ ਗਏ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਨੇ ਵੀ ਕੀਤੇ ਨੇ, ਪਰ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ ਹੈ। ਉਹ ਆਰਿਆਂ ਦੇ ਨਾਲ ਚਿਰ ਗਏ ਨੇ ਪਰ ਸਿਧਾਂਤਾਂ ਨੂੰ ਨਹੀਂ ਛੱਡਿਆ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਪੀਰ ਬੁੱਧੂ ਸ਼ਾਹ ਨੇ ਵੀ ਕੀਤੇ ਨੇ, ਪਰ ਕੱਲੇ ਦਰਸ਼ਨ ਨਹੀਂ ਕੀਤੇ, ਗੁਰੂ ਦੇ ਨਾਲ ਪਿਆਰ ਵੀ ਕੀਤਾ ਤੇ ਉਹ ਆਪਣੀਆਂ ਫੌਜਾਂ ਤੇ ਆਪਣੇ ਭਰਾ ਭਤੀਜੇ ਵੀ ਸ਼ਹੀਦ ਕਰਾ ਰਹੇ ਨੇ। ਗੱਲ ਮੰਨਣ ਦੀ ਹੈ, ਨਿਰੇ ਦਰਸ਼ਨ ਦੇ ਨਾਲ ਕੁਛ ਨਹੀਂ ਹੋਣਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹਦੇ ਮੁਤਾਬਕ ਜ਼ਿੰਦਗੀ ਨਹੀਂ ਬਦਲਦਾ, ਉਦੋਂ ਤੱਕ ਕੇਵਲ ਦਰਸ਼ਨ ਕਰਨ ਮਾਤਰ ਦੇ ਨਾਲ ਕੁਝ ਨਹੀਂ ਹੋਏਗਾ। ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮੱਥਾ ਨਹੀਂ ਟੇਕਣਾ ਜਾਂ ਦਰਸ਼ਨ ਨਹੀਂ ਕਰਨੇ। ਗੱਲ ਅਗਲੀ ਹੈ ਕਿ ਮੱਥਾ ਟੇਕਣ ਔਰ ਬਾਣੀ ਪੜਨ ਤੋਂ ਬਾਅਦ ਵਿਚਾਰ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਣੀ ਹੈ। ਜੇ ਜ਼ਿੰਦਗੀ ਨਹੀਂ ਜੀਂਦੇ, ਜੇ ਜੀਵਨ ਨਹੀਂ ਬਦਲਦੇ, ਤੇ ਫਿਰ ਨਿਰੇ ਦਰਸ਼ਨ ਨਾਲ ਕੁਝ ਹੋਣ ਵਾਲਾ ਨਹੀਂ ਹੈ। ਗੁਰੂ ਜੀ ਸਾਫ਼ ਲਫ਼ਜ਼ਾਂ ਵਿੱਚ ਸਮਝਾ ਰਹੇ। ਹਉਮੈ ਮੈਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ। ਕਿਉਂਕਿ ਜਦੋਂ ਤੱਕ ਗੁਰੂ ਸ਼ਬਦ ਨੂੰ ਵਿਚਾਰ ਕੇ ਉਸ ਮੁਤਾਬਕ ਬੰਦਾ ਜ਼ਿੰਦਗੀ ਨਹੀਂ ਨਾ ਜੀਂਦਾ, ਹਉਮੈ ਮੈਲ ਨਾ ਚੁੱਕਈ, ਵਿਚਾਰ ਕਰਨ ਤੋਂ ਬਿਨਾ ਹਉਮੈ ਦੀ ਮੈਲ ਨਹੀਂ ਅੰਦਰੋਂ ਖਤਮ ਹੁੰਦੀ। ਨਾਮ ਨਾ ਲੱਗੇ ਪਿਆਰ, ਔਰ ਪ੍ਰਭੂ ਦੇ ਹੁਕਮ ਦੇ ਅੰਦਰ, ਉਪਦੇਸ਼ ਦੇ ਅੰਦਰ ਪਿਆਰ ਨਹੀਂ ਪੈਂਦਾ ਜਦੋਂ ਤੱਕ ਬੰਦਾ ਮੰਨਦਾ ਨਹੀਂ, ਜਦੋਂ ਤੱਕ ਵਿਚਾਰ ਨਹੀਂ ਕਰਦਾ। ਹੁਣ ਵਿਚਾਰ ਕਰੇਗਾ ਹੁਕਮ ਦੀ, ਰੱਬੀ ਗੁਣਾਂ ਦੀ, ਤਾਂ ਹੀ ਪਿਆਰ ਬਣੇਗਾ ਨਾ। ਕਿ ਰੱਬੀ ਹੁਕਮ ਦੇ ਅੰਦਰ ਜੀਵ ਪੈਦਾ ਹੋ ਰਹੇ ਨੇ, ਸੁਖ ਹੈ, ਦੁੱਖ ਹੈ, ਉਤਪत्ति ਹੈ, ਲੈਤਾ ਹੈ, ਪਾਲਣਾ ਹੈ, ਮਾਨ ਹੈ, ਸਤਕਾਰ ਹੈ, ਆਦਰ ਹੈ, ਨਿਰਾਦਰ ਹੈ। ਇਹ ਸਾਰਾ ਕੁਝ ਹੁਕਮ ਦੇ ਅੰਦਰ ਹੈ। ਜਦੋਂ ਹੁਕਮ ਦੀ ਵਿਚਾਰ ਕਰੇਗਾ ਤੇ ਹੁਕਮ ਨਾਲ ਪਿਆਰ ਪੈਗਾ, ਬਾਣੀ ਦੀ ਵਿਚਾਰ ਕਰੇਗਾ ਤੇ ਪਿਆਰ ਪੈਗਾ। ਤਾਂ ਜਦੋਂ ਤੱਕ ਵਿਚਾਰ ਨਹੀਂ ਕਰਦਾ ਉਦੋਂ ਤੱਕ ਹਉਮੈ ਦੀ ਮੈਲ ਨਹੀਂ ਜਾਂਦੀ। ਕਿੰਨੇ ਕੁ ਲੋਕ ਨੇ ਜਿਨ੍ਹਾਂ ਦੀ ਹਉਮੈ ਦੀ ਮੈਲ ਚਲੀ ਗਈ। ਇਸ ਚੀਜ਼ ਨੂੰ ਵਿਚਾਰਨ ਲਈ ਕਿ ਕੀ ਮੈਂ ਹੰਕਾਰੀ ਤੇ ਨਹੀਂ, ਇਹਦੇ ਵਾਸਤੇ ਮੈਂ ਕੀ ਕਰਾਂ, ਕਸਵੱਟੀ ਕੀ ਹੈ। ਕਸਵੱਟੀ ਉਹਦੇ ਵਾਸਤੇ ਇੱਕੋ ਹੀ ਹੈ ਕਿ ਕੀ ਮੈਂ ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਜੀ ਰਿਹਾ। ਗੁਰੂ ਜੀ ਮੈਨੂੰ ਰੋਜ਼ ਕਹਿੰਦੇ ਨੇ ਵੀ ਝੂਠ ਨਾ ਬੋਲ, ਸੱਚ ਬੋਲ। ਜੇ ਤਾਂ ਮੈਂ ਗੁਰੂ ਦੇ ਇਸ ਬਚਨ ਨੂੰ ਮੰਨ ਲਿਆ ਤਾਂ ਫਿਰ ਤਾਂ ਮੈਂ ਹੰਕਾਰੀ ਨਹੀਂ ਹਾਂ, ਕਿਉਂਕਿ ਮੈਂ ਗੁਰੂ ਦੇ ਬਚਨ ਨੂੰ ਮੰਨ ਲਿਆ। ਤੇ ਜੇ ਮੈਂ ਗੁਰੂ ਦੇ ਬਚਨ ਦੀ ਪਰਵਾਹ ਨਹੀਂ ਕਰ ਰਿਹਾ, ਮੈਂ ਝੂਠ ਬੋਲੀ ਜਾ ਰਿਹਾ, ਇਟ ਮੀਨਸ ਮੈਂ ਹੰਕਾਰੀ ਹਾਂ, ਮੈਂ ਗੁਰੂ ਦੀ ਵੀ ਪਰਵਾਹ ਨਹੀਂ ਕਰਦਾ ਪਿਆ। ਇਹ ਕਸਵੱਟੀ ਹੈ ਆਪਣੇ ਜੀਵਨ ਨੂੰ ਪਰਖਣ ਲਈ। ਤਾਂ ਗੁਰੂ ਜੀ ਕਹਿੰਦੇ ਨੇ ਜਦ ਤੱਕ ਕੋਈ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਦੋਂ ਤੱਕ ਅੰਦਰੋਂ ਹਉਮੈ ਦੀ ਮੈਲ ਨਹੀਂ ਜਾਂਦੀ, ਰੱਬ ਨਾਲੋਂ ਵਿਤ ਨਹੀਂ ਮਿਟਦੀ, ਰੱਬੀ ਹੁਕਮ ਵਿੱਚ ਪ੍ਰੀਤ ਨਹੀਂ ਪੈਂਦੀ। ਇੱਕ ਆਪੇ ਬਖਸ਼ ਮਿਲਾਇਨ ਦੁਬਿਧਾ ਤਜ ਵਿਕਾਰ। ਮਿਲਾਇਨ ਦਾ ਮਤਲਬ ਮਿਲਾ ਲੈਣੇ, ਦੁਬਿਧਾ ਦਾ ਮਤਲਬ ਦੋਚਿਤਾਪਨ, ਮੇਰ ਤੇਰ, ਇੱਕ ਪਾਸੇ ਨਾ ਹੋਣਾ। ਹੁਣ ਦੋਚਿਤਾਪਨ ਕੀ ਹੈ? ਅਸੀਂ ਜੋ ਆਮ ਬੰਦੇ ਆ ਨਾ, ਉਹ ਇੱਕ ਪਾਸੇ ਨਹੀਂ ਹੁੰਦੇ। ਬੰਦਾ ਦੁਬਿਧਾ ਵਿੱਚ ਹੈ ਕਿ ਸੱਚ ਬੋਲਾਂ ਕਿ ਨਾ ਬੋਲਾਂ। ਕਦੇ ਕਦਾਈ ਥੋੜਾ ਜਿਹਾ ਸੱਚ ਬੋਲ ਲਿਆ, ਕਦੇ ਕਦਾਈ ਥੋੜਾ ਜਿਹਾ ਝੂਠ ਬੋਲ ਲਿਆ। ਕਿਸੇ ਦਿਨ ਥੋੜਾ ਜਿਹਾ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਲਈ, ਅਗਲੇ ਪਲ ਮਨਮਤ। ਸ਼ਰਾਬ ਛੱਡਾਂ ਕਿ ਨਾ ਛੱਡਾਂ, ਅੰਮ੍ਰਿਤ ਛਕਾਂ ਕਿ ਨਾ ਛਕਾਂ, ਕਸਰਤ ਕਰਨੀ ਸ਼ੁਰੂ ਕਰਾਂ ਕਿ ਨਾ। ਇਹ ਦੁਚਤਾਪਨ ਹੈ ਨਾ, ਇੱਕ ਪਾਸੇ ਹੈ ਨਹੀਂ ਬੰਦਾ, ਫਾਈਨਲ ਇਹਦਾ ਫੈਸਲਾ ਹੈ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੁਬਿਧਾ ਤਜ ਵਿਕਾਰ। ਜੋ ਦੋ ਵਿਦਾ ਜੀਵਨ ਨਾ, ਦੋ ਚਿਤਾਪਨ, ਜਿਨ੍ਹਾਂ ਨੇ ਇਸ ਵਿਕਾਰ ਨੂੰ ਤਜ ਦਿੱਤਾ ਹੈ, ਛੱਡ ਦਿੱਤਾ ਹੈ, ਉਹਨਾਂ ਨੂੰ ਰੱਬ ਨੇ ਬਖਸ਼ ਕੇ ਆਪਣੇ ਨਾਲ ਮਿਲਾ ਲਿਆ ਹੈ। ਇੱਕ ਆਪੇ ਬਖਸ਼ ਮਿਲਾਇਨ,
ਇੱਕ ਦਾ ਮਤਲਬ ਕਈਆਂ ਨੂੰ ਪ੍ਰਭੂ ਨੇ ਆਪ ਹੀ ਮਿਹਰ ਕਰਕੇ ਆਪਣੇ ਨਾਲ ਮਿਲਾ ਲਿਆ, ਤੇ ਮਿਲਾਇਆ ਕਿਨਾਂ ਨੂੰ? ਦੁਬਦਾ ਤਜ ਵਿਕਾਰ, ਜਿਨ੍ਹਾਂ ਨੇ ਮੇਰ ਤੇਰ ਦੇ ਵਿਕਾਰ ਛੱਡ ਦਿੱਤੇ। ਮੇਰ ਤੇਰ ਦੇ ਵਿਤਕਰੇ, ਆਪਣੇ ਪਰਾਏ ਦੇ ਵਿਤਕਰੇ। ਸਭ ਤੋਂ ਵੱਡੀ ਦੂਰੀ ਸਾਡੀ ਹੈ ਰੱਬ ਨਾਲ। ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਆਪਣੇ ਪਰਾਏ ਦੇ ਭੇਦਭਾਵ ਮਿਟ ਗਏ, ਜਿਧਰ ਦੇਖਦਾ ਹਾਂ ਤੂੰ ਹੀ ਤੂੰ ਨਜ਼ਰੀ ਪੈਂਦਾ ਹੈ। ਤਾਂ ਦੁਬਦਾ, ਦੋ ਚਿਤਾਪਨ, ਦੋ ਤਰ੍ਹਾਂ ਦਾ ਜੀਵਨ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਜਿਨਨੇ ਇਸ ਵਿਕਾਰ ਨੂੰ ਛੱਡ ਦਿੱਤਾ, ਰੱਬ ਨੇ ਉਹਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਿਆ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ, ਇੱਕ ਦਾ ਮਤਲਬ ਕਈ, ਦਰਸ਼ਨ ਦੇਖ ਦਾ ਮਤਲਬ ਗੁਰੂ ਦਾ ਦਰਸ਼ਨ ਕਰਕੇ, ਸਤਿਗੁਰ ਹੇਤ ਪਿਆਰ ਦਾ ਮਤਲਬ ਸਤਿਗੁਰ ਦੇ ਨਾਲ ਪਿਆਰ ਪਾ ਕੇ, ਮਰ ਦਾ ਮਤਲਬ ਮਰ ਕੇ, ਮਿਲੇ ਦਾ ਮਤਲਬ ਮਿਲ ਗਏ। ਕਈ ਤੇ ਨੇ ਦਰਸ਼ਨ ਕਰਕੇ ਵਾਪਸ ਆ ਗਏ, ਬਸ ਦਰਸ਼ਨ ਕੀਤੇ ਤੇ ਕਰਤੂਤਾਂ ਆਪਣੀਆਂ ਉਹ ਹੀ ਨੇ ਜੋ ਪਹਿਲੋਂ ਸਨ, ਵਹੀ ਬੇਢੰਗੀ ਚਾਲ ਜੋ ਪਹਿਲੇ ਥੀ ਅਬ ਵੀ ਹੈ। ਇੱਕ ਉਹ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਸਤਿਗੁਰ ਦੇ ਨਾਲ ਮੋਹ ਪਿਆਰ ਪਾਇਆ, ਪਿਆਰ ਪਾਇਆ, ਔਰ ਗੁਰੂ ਨਾਲ ਪਿਆਰ ਪਾ ਕੇ ਮਰ ਦਾ ਮਤਲਬ ਆਪਣੇ ਆਪੇ ਵੱਲੋਂ ਮਰ ਗਏ, ਆਪਣਾ ਆਪਾ ਛੱਡ ਦਿੱਤਾ। ਮਿਲੇ ਦਾ ਮਤਲਬ ਉਹ ਰੱਬ ਦੇ ਅੰਦਰ ਹੀ ਮਿਲ ਗਏ। ਕਈ ਮਨੁੱਖ ਸਤਿਗੁਰ ਦਾ ਦਰਸ਼ਨ ਕਰਕੇ, ਸਤਿਗੁਰ ਦੇ ਪਿਆਰ ਵਿੱਚ ਬਿਰਤੀ ਜੋੜ ਕੇ, ਆਪਾ ਭਾਵ ਗਵਾ ਕੇ ਰੱਬ ਦੇ ਵਿੱਚ ਹੀ ਮਿਲ ਗਏ। ਜਿਵੇਂ ਭਾਈ ਲਹਿਣਾ ਜੀ ਦਰਸ਼ਨ ਕਰਨ ਆਏ, ਗੁਰੂ ਜੀ ਦੀ ਸ਼ਖਸੀਅਤ ਨੂੰ ਤੱਕਿਆ, ਬਸ ਗੁਰੂ ਦੇ ਨਾਲ ਪ੍ਰੀਤ ਪੈ ਗਈ, ਆਪਾ ਭਾਵ ਗਵਾ ਦਿੱਤਾ ਤੇ ਗੁਰੂ ਦਾ ਰੂਪ ਹੋ ਗਏ। ਹੁਣ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਨੇ ਜੋ ਕੇਵਲ ਦਰਸ਼ਨ ਕਰ ਰਹੇ ਨੇ, ਤੇ ਇੱਕ ਉਹ ਨੇ ਜੋ ਸਤਿਗੁਰੂ ਦੇ ਦੀਦਾਰ ਕਰਕੇ ਗੁਰੂ ਦੇ ਨਾਲ ਪਿਆਰ ਪਾ ਰਹੇ ਨੇ, ਜਿਨ੍ਹਾਂ ਨੇ ਆਪਣੇ ਆਪੇ ਨੂੰ ਅੰਦਰੋਂ ਮਾਰ ਲਿਆ ਹੈ, ਆਪਣੀ ਮੱਤ ਨੂੰ ਛੱਡ ਦਿੱਤਾ ਹੈ, ਗੁਰੂ ਦੀ ਸੋਚ ਨੂੰ ਅਪਣਾ ਲਿਆ ਹੈ, ਉਹ ਰੱਬ ਦੇ ਵਿੱਚ ਹੀ ਮਿਲ ਜਾਂਦੇ ਨੇ। ਇਹ ਹੈ ਤਰੀਕਾ ਰੱਬ ਦੀ ਭਗਤੀ ਦਾ, ਰੱਬ ਦੇ ਮਿਲਾਪ ਦਾ। ਮਹਿਲਾ ਤੀਜਾ, ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ। ਗੁਰੂ ਜੀ ਕਹਿੰਦੇ ਨੇ ਬਹੁਤ ਸਾਰੇ ਐਸੇ ਮੂਰਖ ਨੇ, ਅਗਿਆਨੀ ਨੇ, ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਅਗਿਆਨੀ ਮਨੁੱਖ ਨੇ, ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਸਤਿਗੁਰੂ ਦੀ ਸੇਵਾ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਨਹੀਂ ਚੱਲੇ। ਗੁਰੂ ਦੀ ਸੇਵਾ ਦਾ ਮਤਲਬ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ ਹੈ। ਗੁਰਬਾਣੀ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਹੀ ਗੁਰੂ ਦੀ ਸੇਵਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅਗਿਆਨੀ ਮੂਰਖ ਗੰਵਾਰ ਨੇ ਸਤਿਗੁਰ ਦੇ ਦੱਸੇ ਹੋਏ ਰਾਹ ਨੂੰ ਨਹੀਂ ਅਪਣਾਇਆ। ਦੂਜੇ ਭਾਏ ਬਹੁਤ ਦੁੱਖ ਲਾਗਾ, ਜਲਤਾ ਕਰੇ ਪੁਕਾਰ। ਦੂਜੇ ਭਾਏ ਦਾ ਮਤਲਬ ਮਾਇਆ ਦੇ ਪਿਆਰ ਵਿੱਚ ਬਹੁਤ ਦੁੱਖ ਲਾਗਾ ਦਾ ਮਤਲਬ ਬਹੁਤ ਉਹਨੂੰ ਦੁੱਖ ਲੱਗਦਾ ਹੈ, ਦੁੱਖ ਉਠਾਉਂਦਾ ਹੈ। ਜਲਤਾ ਕਰੇ ਮੁਕਾਰ ਦਾ ਮਤਲਬ ਸੜਦਾ ਹੋਇਆ ਫਿਰ ਪੁਕਾਰ ਕਰਦਾ ਹੈ, ਹਾੜੇ ਕੱਢਦਾ ਹੈ। ਜਿਨਨੇ ਗੁਰੂ ਦੀ ਦੱਸੀ ਰਾਹ ਨੂੰ ਨਹੀਂ ਅਪਣਾਇਆ, ਉਹ ਮਾਇਆ ਦੇ ਪਿਆਰ ਵਿੱਚ ਜਦੋਂ ਬਹੁਤ ਦੁਖੀ ਹੁੰਦਾ ਹੈ ਤਦੋਂ ਸੜਦਾ ਹੋਇਆ ਹਾੜੇ ਕੱਢਦਾ ਹੈ। ਯਾਨੀ ਸਾਡੇ ਦੁੱਖਾਂ ਦਾ ਕਾਰਨ, ਸਾਡੇ ਵਿਰਲਾਪ ਕੁਰਲਾਣੇ ਦਾ ਕਾਰਨ ਕੀ ਹੈ? ਗੁਰੂ ਦੀ ਸੇਵਾ ਨਾ ਕਰਨੀ ਔਰ ਦੂਜੇ ਭਾਏ ਪਿਆਰ। ਦੂਜੇ ਭਾਏ ਦਾ ਮਤਲਬ ਮਾਇਆ ਦਾ ਪਿਆਰ। ਹੁਣ ਦੇਖੋ, ਮਾਇਆ ਇੱਕ ਸੋਚ ਹੈ, ਗੁਰੂ ਦੀ ਇੱਕ ਸੋਚ ਹੈ ਔਰ ਸੰਸਾਰ ਦੀ ਇੱਕ ਸੋਚ ਹੈ, ਸਾਡੀ ਇੱਕ ਸੋਚ ਹੈ। ਜੋ ਗੁਰੂ ਦੀ ਸੋਚ ਹੈ ਉਹ ਨਿਰੋਲ ਸੱਚ ਹੈ, ਤੇ ਸਾਡੀ ਜੋ ਸੋਚ ਹੈ ਉਹਦੇ ਅੰਦਰ ਦੋਸ਼ ਨੇ, ਇਸ ਲਈ ਸਾਡੀ ਸੋਚ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ। ਅਸੀਂ ਰੋਜ਼ ਇਹ ਗੱਲ ਸਾਂਝੀ ਕਰ ਰਹੇ ਹਾਂ ਕਿ ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ, ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਮਾਇਆ ਹੈ। ਤੇ ਇਸ ਮਾਇਆ ਦੇ ਨਾਲ ਪਿਆਰ ਪੈਣ ਕਰਕੇ, ਇਸ ਸੋਚ ਦੇ ਨਾਲ ਬੰਦੇ ਦੀ ਪ੍ਰੀਤ ਹੈ, ਇਸ ਸੋਚ ਨੂੰ ਬੇਸ ਬਣਾ ਕੇ ਬੰਦਾ ਜ਼ਿੰਦਗੀ ਜੀ ਰਿਹਾ ਹੈ।
ਤੇ ਇਹੋ ਜੀ ਸੋਚ ਦੇ ਵਿੱਚੋਂ ਸੁੱਖ ਕਿੱਥੋਂ ਪੈਦਾ ਹੋਣਾ? ਮੇਰ ਤੇਰ ਦੇ ਵਿਤਕਰਿਆਂ ਚੋਂ। ਜਿੱਥੇ ਝੂਠ ਫਰੇਬ ਹੋਵੇਗਾ ਉੱਥੇ ਸੁੱਖ ਕਿੱਥੇ? ਇਸ ਸੋਚ ਕਰਕੇ ਬੰਦਾ ਦੁਖੀ ਹੈ, ਫਿਰ ਈਰਖਾ ਹੰਕਾਰ ਦੀ ਅੱਗ ਵਿੱਚ ਸੜਦਾ ਹੈ, ਪੁਕਾਰਾਂ ਕਰਦਾ ਹੈ, ਦੁਖੀ ਹੁੰਦਾ ਹੈ। ਤਾਂ ਸਾਡੇ ਦੁੱਖਾਂ ਦਾ ਕਾਰਨ ਹੈ ਸਾਡੀ ਮਾੜੀ ਸੋਚ। ਇਸ ਮਾੜੀ ਸੋਚ ਕਰਕੇ ਬੰਦਾ ਦੁਖੀ ਹੁੰਦਾ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ। ਉਪਕਰੇ ਦਾ ਮਤਲਬ ਉਕਰੇ, ਬੌੜੇ, ਸਹਾਇਤਾ ਵਾਸਤੇ ਨਹੀਂ ਆਏ, ਉਹ ਸਹਾਇਤਾ ਨਹੀਂ ਕਰ ਸਕੇ। ਜਿਨ੍ਹਾਂ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਸੀ, ਗੁਰੂ ਨੂੰ ਭੁਲਾਇਆ ਸੀ, ਯਾਨੀ ਜਿਨ੍ਹਾਂ ਕਾਰਨਾਂ ਕਰਕੇ ਅਸੀਂ ਗੁਰੂ ਦੇ ਦੱਸੇ ਰਾਹ ਨੂੰ ਨਹੀਂ ਅਪਣਾਇਆ, ਸੇ ਨਾ ਉਪਕਰੇ ਅੰਤੀ ਵਾਰ, ਉਹ ਕਾਰਨ ਅਖੀਰ ਸਾਡੀ ਸਹਾਇਤਾ ਕਰਨ ਵਾਸਤੇ ਨਾ ਬੌੜੇ। ਅਸੀਂ ਗੁਰੂ ਦੇ ਰਾਹ ਨੂੰ ਕਾਹਦੇ ਕਰਕੇ ਭੁਲਾਇਆ? ਝੂਠ ਕਰਕੇ ਨਾ। ਝੂਠ ਕਾਰਨ ਸੀ ਜਿਸ ਕਰਕੇ ਅਸੀਂ ਗੁਰੂ ਦੇ ਰਾਹ ਤੋਂ ਭੁੱਲ ਗਏ, ਸੱਚ ਨੂੰ ਅਸੀਂ ਛੱਡ ਦਿੱਤਾ। ਤੇ ਕੀ ਝੂਠ ਜਦੋਂ ਸਾਨੂੰ ਆਤਮਿਕ ਮੌਤ ਅਸੀਂ ਮਰਾਂਗੇ ਜਾਂ ਝੂਠ ਕਰਕੇ ਸਾਨੂੰ ਕੋਈ ਸਜ਼ਾ ਮਿਲੇਗੀ, ਉੱਥੇ ਝੂਠ ਸਾਡਾ ਸਾਥ ਦੇਗਾ? ਕਾਮ ਵਾਸਨਾ, ਜਿਸ ਕਾਮ ਵਾਸਨਾ ਕਰਕੇ ਅਸੀਂ ਪਰਤਰੀਏ ਕਿਸੇ ਔਰਤ ਨਾਲ ਗਲਤ ਕਰਮ ਕੀਤਾ ਔਰ ਇੱਕ ਪਲ ਦੇ ਸੁੱਖ ਕਰਕੇ ਗਲਤ ਕੀਤਾ ਤੇ ਉਹਦੇ ਬਜਾਏ 10 ਸਾਲ ਦੀ ਸਜ਼ਾ ਹੋ ਗਈ, ਤਾਂ ਕੀ ਉਹ ਕਾਮ ਵਾਸਨਾ ਸਾਨੂੰ ਹੁਣ ਸੁੱਖ ਦੇਗੀ, ਛਡਾਏਗੀ? ਪਛਤਾਵਾ ਹੀ ਹੈ ਨਾ। ਜਿਨ੍ਹਾਂ ਕਾਰਨਾਂ ਕਰਕੇ ਅਸੀਂ ਗੁਰੂ ਦੇ ਸਿਧਾਂਤਾਂ ਨੂੰ ਭੁਲਾ ਦਿੰਦੇ ਆ, ਉਹ ਕਾਰਨ ਅਖੀਰ ਸਾਡੇ ਆਤਮਿਕ ਜੀਵਨ ਦੇ ਸਾਥੀ ਨਹੀਂ ਬਣਦੇ, ਉਹ ਸਾਨੂੰ ਦੁੱਖਾਂ ਤੋਂ ਨਹੀਂ ਬਚਾਉਂਦੇ। ਪਹਿਲੀ ਗੱਲ। ਤੇ ਦੂਜੀ ਗੱਲ, ਜਿਨ੍ਹਾਂ ਆਪਣਿਆਂ ਕਰਕੇ ਅਸੀਂ ਦੂਜਿਆਂ ਨਾਲ ਠੱਗੀਆਂ ਮਾਰਦੇ ਆ, ਹੇਰਾ ਫੇਰੀਆਂ ਕਰਦੇ ਆ, ਉਹ ਸਾਡੇ ਆਪਣੇ ਧੀਆਂ ਪੁੱਤਰ ਵੀ ਸਾਨੂੰ ਆਤਮਿਕ ਮੌਤ ਤੇ ਮਰਨੋਂ ਨਹੀਂ ਬਚਾਉਂਦੇ। 2 ਮਿੰਟ ਵਾਸਤੇ ਮੈਂ ਇੱਥੇ ਇੰਗਲੈਂਡ ਬੈਠਾ ਹਾਂ, ਬੱਚੇ ਮੇਰੇ ਇੰਡੀਆ ਨੇ, ਤੇ ਮੈਂ ਇੱਥੇ ਕੋਈ ਚੋਰੀ ਕਰਦਾ, ਕੋਈ 200, 400, 500 ਪਾਉਂਡ ਦੀ ਕੋਈ ਮੌਕਾ ਹੈ ਤੇ ਮੈਂ ਚੋਰੀ ਕਰਦਾ, ਤੇ ਚੋਰੀ ਮੈਂ ਕਿਹਨਾਂ ਵਾਸਤੇ ਕਰਨੀ ਹੈ? ਬੱਚਿਆਂ ਕਰਕੇ ਨਾ। ਤਾਂ ਕਿ ਉਹ ਬੱਚੇ ਮੈਨੂੰ ਆਤਮਿਕ ਮੌਤ ਤੋਂ ਬਚਾ ਸਕਦੇ ਨੇ? ਉਹ ਤੇ ਇੰਡੀਆ ਬੈਠੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਵੀ ਸਾਡਾ ਪਿਓ ਚੋਰੀ ਕਰਨ ਲੱਗਾ। ਤਾਂ ਮੇਰੇ ਬੱਚੇ ਤਾਂ ਮੈਨੂੰ ਨਹੀਂ ਬਚਾ ਸਕਣਗੇ ਨਾ, ਮੇਰੀ ਪਤਨੀ, ਮੇਰੇ ਭੈਣ ਭਰਾ, ਰਿਸ਼ਤੇਦਾਰ, ਸੱਜਣ ਮਿੱਤਰ। ਚੋਰੀ ਤੇ ਬੰਦਾ ਕਰਦਾ ਹੀ ਇਕੱਲਾ। ਤਾਂ ਮੈਨੂੰ ਚੋਰੀ ਕਰਨ ਤੋਂ ਕੌਣ ਬਚਾਏਗਾ? ਗੁਰੂ ਦੀ ਪਾਵਨ ਬਾਣੀ। ਚੋਰ ਕੀ ਚੰਗਾ ਕਿਉਂ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਕਰਕੇ ਗੁਰੂ ਨੂੰ ਬੰਦਾ ਭੁਲਾ ਦਿੰਦਾ ਹੈ, ਗੁਰੂ ਦੇ ਸਿਧਾਂਤਾਂ ਨੂੰ ਭੁਲਾ ਦਿੰਦਾ ਹੈ, ਉਹ ਕਾਰਨ, ਉਹ ਕੰਮ, ਉਹ ਲੋਕ ਕਦੇ ਵੀ ਆਖਿਰ ਆਤਮਿਕ ਮੌਤੋਂ ਇਹਨੂੰ ਨਹੀਂ ਬਚਾਉਂਦੇ, ਇਹਦੀ ਸਹਾਇਤਾ ਨਹੀਂ ਕਰਦੇ, ਸੁਖੀ ਨਹੀਂ ਕਰਦੇ। ਨਾਨਕ ਗੁਰਮਤੀ ਸੁਖ ਪਾਇਆ, ਬਖਸ਼ੇ ਬਖਸ਼ਣਹਾਰ। ਗੁਰੂ ਦੀ ਮੱਤ ਲਿਆ ਸੁਖ ਮਿਲਦਾ ਹੈ, ਤੇ ਜੋ ਗੁਰੂ ਦੀ ਮੱਤ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਨਾਂ ਨੂੰ ਬਖਸ਼ਣ ਵਾਲਾ ਪ੍ਰਭੂ ਬਖਸ਼ ਦਿੰਦਾ ਹੈ। ਉਹਨਾਂ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆਵੇ, ਤਾਂ ਸਾਨੂੰ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਪੌੜੀ। ਤੂੰ ਆਪੇ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। कि हे हरि तू आप है, आप ही तू करता है, पैदा करने वाला है। कोई दूजा होए, तेरे तो अलावा कोई दूजा होवे ਤਾਂ ਅਸੀਂ ਉਹਨੂੰ ਤੇਰੇ ਵਰਗਾ ਕਹਿ ਸਕੀ। ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੇ ਜੇ ਕੋਈ ਹੋਰ ਹੋਵੇ, ਪਾਲਣ ਵਾਲਾ, ਬਣਾਉਣ ਵਾਲਾ, ਸੰਸਾਰ ਦੀ ਉਤਪਤੀ ਕਰਨ ਵਾਲਾ। ਦੂਜਾ ਕਿਸੇ ਨੂੰ ਤਾਂ ਕਹੀਏ ਜੇ ਕੋਈ ਦੂਜਾ ਹੋਏ, ਹੋਰ ਹੈ ਹੀ ਨਹੀਂ, ਤੂੰ ਹੈ ਹੀ ਇੱਕ, ਆਪ ਹੀ ਆਪ, ਦੂਜਾ ਨਹੀਂ ਹੈ। ਇਸ ਲਈ ਮੇਰ ਤੇਰ ਦੇ ਵਿਤਕਰੇ ਕਾਦੇ? ਹਰ ਆਪੇ ਬੋਲੇ, ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀ ਹੈ। ਹਰੀ ਆਪ ਹੀ ਸਭ ਜੀਵਾਂ ਵਿੱਚ ਬੋਲਦਾ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਹੁਣ ਮੈਂ ਬੋਲ ਰਿਹਾ ਤਾਂ ਬੋਲ ਰਿਹਾ ਕਿਉਂਕਿ ਮੇਰੇ ਅੰਦਰ ਪ੍ਰਭੂ ਦੀ ਸੱਤਿਆ ਹੈ। ਰੱਬੀ ਰਜ਼ਾ ਦੇ ਅੰਦਰ ਮੇਰਾ ਸਰੀਰ, ਮੇਰੀ ਬੋਲ ਬਾਣੀ, ਸਾਰਾ ਕੁਝ ਕਰਮ ਕਰ ਰਿਹਾ ਹੈ। ਜੇ ਅੰਦਰ ਸੱਤਿਆ ਹੈ ਤਾਂ ਬੋਲ ਰਿਹਾ, ਜੇ ਸੱਤਿਆ ਹੀ ਨਾ ਹੋਵੇ ਤੁਸੀਂ ਸੁਣ ਨਹੀਂ ਪਾਓਗੇ, ਮੈਂ ਬੋਲ ਨਹੀਂ ਪਾਵਾਂਗਾ। ਹਰੀ ਆਪ ਸਭ ਜੀਵਾਂ ਵਿੱਚ ਬੋਲਦਾ ਹੈ।
ਆਪ ਹੀ ਬੁਲਾਉਂਦਾ ਹੈ, ਕਿਉਂਕਿ ਇਹ ਸਿਸਟਮ ਹੈ, ਰੱਬੀ ਹੁਕਮ ਹੈ, ਉਹਦੇ ਕਰਕੇ ਮੈਂ ਬੋਲ ਰਿਹਾ। ਆਪੇ ਹਰ ਆਪੇ ਜਲ ਥਲ ਰਵ ਰਹੀ ਹੈ, ਉਹ ਜਲ ਵਿੱਚ ਵੀ, ਥਲ ਵਿੱਚ ਵੀ, ਪਾਣੀ ਵਿੱਚ ਵੀ, ਹਰ ਥਾਂ ਤੇ ਸਮਾਇਆ ਹੋਇਆ ਹੈ। ਮਤਲਬ ਕਿ ਪ੍ਰਭੂ ਸਰਬ ਵਿਆਪਕ ਹੈ। ਜੇ ਸਾਨੂੰ ਇਹ ਸਮਝ ਆ ਜਾਏ ਕਿ ਰੱਬ ਹੀ ਅੰਦਰ ਬੋਲਦਾ ਹੈ, ਤਾਂ ਫਿਰ ਅਸੀਂ ਰੱਬ ਵਾਲੇ ਬੋਲ ਬੋਲਾਂਗੇ। ਜੇ ਸਾਨੂੰ ਇਹ ਸਮਝ ਆ ਜਾਏ ਕਿ ਰੱਬ ਹੀ ਬੁਲਾ ਰਿਹਾ ਹੈ, ਤਾਂ ਫਿਰ ਅਸੀਂ ਹਰ ਬੋਲ ਨੂੰ ਨਾਪ ਤੋਲ ਕੇ ਬੋਲਣ ਦਾ ਯਤਨ ਕਰਾਂਗੇ। ਹਰ ਆਪੇ ਮਾਰੇ, ਹਰ ਆਪੇ ਛੋੜੈ, ਮਨ ਹਰ ਸਰਣੀ ਪੜ ਰਹੀ ਹੈ। ਹਰੀ ਆਪ ਹੀ ਮਾਰਦਾ ਹੈ, ਆਪ ਹੀ ਬਖਸ਼ਦਾ ਹੈ। ਇਸ ਕਰਕੇ ਹੈ ਮੇਰੇ ਮਨ, ਹਰੀ ਦੀ ਸ਼ਰਨ ਵਿੱਚ ਪਿਆਰ ਰਹੋ, ਹਰੀ ਦੀ ਸ਼ਰਨ ਲੈ। ਭਾਵ ਕਿ ਜੋ ਜੀਵਨ ਹੈ ਔਰ ਜੋ ਮੌਤ ਹੈ, ਉਹ ਰੱਬੀ ਰਜ਼ਾ ਵਿੱਚ ਹੈ। ਕੋਈ ਹੋਰ ਦੇਵੀ ਦੇਵਤਾ ਆਦਿਕ ਬੰਦੇ ਨੂੰ ਮਾਰਦਾ ਨਹੀਂ, ਤੇ ਕਿਸੇ ਹੋਰ ਦੇ ਹੱਥ ਦੇ ਵਿੱਚ ਜਨਮ ਨਹੀਂ ਹੈ। ਇਹ ਜਨਮ ਔਰ ਮੌਤ ਰੱਬੀ ਹੁਕਮ ਦੇ ਅੰਦਰ ਹੈ। ਇਸ ਲਈ ਹਰੀ ਦੀ ਸ਼ਰਨ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ। ਮਤਲਬ ਕਿ ਸਾਨੂੰ ਰੱਬੀ ਹੁਕਮ ਦੇ ਅੰਦਰ ਚੱਲਣਾ ਚਾਹੀਦਾ ਹੈ। ਹੁਕਮ ਵਿੱਚ ਜੀਵਨ ਹੈ, ਹੁਕਮ ਵਿੱਚ ਮੌਤ ਹੈ, ਹੁਕਮ ਵਿੱਚ ਸੁੱਖ ਹੈ, ਹੁਕਮ ਵਿੱਚ ਦੁੱਖ ਹੈ। ਇਸ ਲਈ ਸਾਨੂੰ ਹੁਕਮ ਨੂੰ ਫੋਲੋ ਕਰਨਾ ਚਾਹੀਦਾ ਹੈ। ਰੱਬੀ ਗੁਣ ਸਾਨੂੰ ਗਾਣੇ ਚਾਹੀਦੇ ਨੇ। ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਮਨ ਹੋਏ ਨਿਚਿੰਦ, ਨਿਸਲ ਹੋਈ ਰਹੀ ਹੈ। ਨਿਸਲ ਦਾ ਮਤਲਬ ਹੁੰਦਾ ਹੈ ਐਨ ਸਿੱਧੀਆਂ ਲੱਤਾਂ ਪਸਾਰ ਕੇ ਨਿਸਲ ਹੋ ਕੇ ਸੌ ਜਾਣਾ, ਲੱਤਾਂ ਪਸਾਰ ਕੇ ਸੌਣਾ, ਮਤਲਬ ਨਿਸ਼ਚਿੰਤ ਹੋ ਜਾਣਾ। ਗੁਰੂ ਜੀ ਕਹਿੰਦੇ ਨੇ ਕਿ ਹੇ ਮੇਰੇ ਮਨ, ਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ, ਨਾ ਜਿਵਾ ਸਕਦਾ ਹੈ। ਇਸ ਲਈ ਜਨਮ ਔਰ ਮੌਤ ਵੱਲੋਂ ਬੇਫਿਕਰ ਹੋ ਜਾ। ਯਾਨੀ ਜਨਮ ਵੀ ਹੁਕਮ ਵਿੱਚ ਹੈ ਤੇ ਮੌਤ ਵੀ ਹੁਕਮ ਵਿੱਚ ਹੈ। ਜੇ ਜਨਮ ਹੋਇਆ ਹੈ ਤੇ ਮੌਤ ਵੀ ਜ਼ਰੂਰ ਹੋਣੀ ਹੈ। ਤਾਂ ਜਦੋਂ ਹੋਣੀ ਹੀ ਹੈ ਮੌਤ, ਇੱਕ ਦਿਨ ਮਰਨਾ ਹੀ ਹੈ, ਤਾਂ ਫਿਰ ਫਿਕਰ ਕਾਹਦਾ ਹੈ? ਤੇ ਇੱਕ ਸੱਚਾਈ ਹੈ। ਚਿੰਤਾ ਤੇ ਤਾਂ ਹੋਏ ਨਾ ਜੇ ਅਨਹੋਣੀ ਹੋਣੀ ਹੋਵੇ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰਨੀ। ਮੈਨੂੰ ਮੌਤ ਦੀ ਚਿੰਤਾ ਤੇ ਤਾਂ ਹੋਵੇ ਵੀ ਜੇ ਮੈਂ ਕੱਲਾ ਮਰ ਰਿਹਾ ਹੋਵਾਂ, ਹੋਰ ਅੱਜ ਤੱਕ ਨਾ ਕੋਈ ਮਰਿਆ ਹੋਏ, ਨਾ ਕਿਸੇ ਹੋਰ ਨੇ ਮਰਨਾ ਹੋਵੇ, ਕੱਲਾ ਮੈਂ ਹੀ ਮਰਨ ਲੱਗਾ, ਫਿਰ ਤਾਂ ਚਿੰਤਾ ਵਾਲੀ ਗੱਲ ਹੈ, ਅਫਸੋਸ ਵਾਲੀ ਗੱਲ ਹੈ। ਤੇ ਜੇ ਮੇਰੇ ਤੋਂ ਪਹਿਲਾਂ ਲੋਕ ਵੀ ਮਰੇ ਨੇ, ਮੇਰੇ ਤੋਂ ਬਾਅਦ ਵੀ ਲੋਕਾਂ ਨੇ ਮਰਨਾ ਹੈ, ਹਰ ਇੱਕ ਨੇ ਮਰਨਾ, ਫਿਰ ਚਿੰਤਾ ਫਿਕਰ ਵਾਲੀ ਗੱਲ ਤੇ ਨਾ ਹੋਈ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ ਕੋਈ ਮਾਰ ਜਿਵਾ ਨਹੀਂ ਸਕਦਾ ਰੱਬ ਤੋਂ ਬਿਨਾਂ। ਇੱਕ ਤੇ ਹੈ ਸਰੀਰਕ ਮੌਤ, ਤੇ ਦੂਜੀ ਗੱਲ ਹੈ ਆਤਮਿਕ ਮੌਤ। ਜੇ ਆਤਮਿਕ ਜੀਵਨ ਜੀਣਾ ਹੈ ਤੇ ਰੱਬ ਦੇ ਗੁਣਾਂ ਦੇ ਨਾਲ ਜੁੜ ਕੇ ਜੀਆ ਜਾ ਸਕਦਾ ਹੈ। ਰੱਬੀ ਗੁਣਾਂ ਤੋਂ ਬਿਨਾਂ ਹੋਰ ਕੋਈ ਐਸਾ ਕੰਮ ਨਹੀਂ, ਰੱਬੀ ਰਜ਼ਾ ਤੋਂ ਬਿਨਾਂ, ਜਿਹੜਾ ਆਤਮਿਕ ਜੀਵਨ ਦੇ ਸਕੇ। ਜੇ ਰੱਬ ਨਾਲੋਂ ਟੁੱਟ ਜਾਏਗਾ ਤੇ ਆਤਮਿਕ ਮੌਤ ਹੋ ਜਾਏਗੀ। ਰੱਬ ਹੀ ਤੈਨੂੰ ਆਤਮਿਕ ਜੀਵਨ ਦੇ ਸਕਦਾ ਹੈ, ਇਨਸਾਨੀਅਤ ਦੇ ਸਕਦਾ ਹੈ। ਇਸ ਲਈ ਰੱਬ ਦੇ ਨਾਲ ਜੁੜਿਆ ਰਹੋ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਵਕਤ ਹਰ ਨਾਮ, ਨਾਮ ਦਾ ਮਤਲਬ ਹੁਕਮ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖੀਏ। ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਚਲਦਿਆਂ ਫਿਰਦਿਆਂ, ਭਾਵ ਹਰ ਸਮੇਂ ਹਰ ਸਿਚੁਏਸ਼ਨ ਦੇ ਅੰਦਰ ਆਪਣੇ ਧਿਆਨ ਵਿੱਚ ਇਹ ਰੱਖੀਏ ਕਿ ਰੱਬੀ ਹੁਕਮ ਦੇ ਅੰਦਰ ਸਭ ਕੁਝ ਚੱਲ ਰਿਹਾ ਹੈ। ਮੈਂ ਰੱਬੀ ਹੁਕਮ ਨੂੰ ਫੋਲੋ ਕਰਨਾ ਹੈ, ਰੱਬੀ ਗੁਣਾਂ ਨੂੰ ਮੈਂ ਫੋਲੋ ਕਰਨਾ ਹੈ, ਰੱਬੀ ਗੁਣਾਂ ਦੇ ਮੈਂ ਧਾਰਨੀ ਹੋਣਾ ਹੈ। ਜਨ ਨਾਨਕ ਗੁਰਮੁਖ ਹਰ ਲਹੀ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋ ਕੇ, ਹਰ ਲਹੀਏ ਦਾ ਮਤਲਬ ਰੱਬ ਨੂੰ ਪਾ ਲਈਦਾ। ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ, ਗੁਰੂ ਦੱਸੇ ਰਾਹਾਂ ਤੇ ਚੱਲ ਕੇ ਰੱਬ ਨੂੰ ਪਾ ਲਈਦਾ। ਦੇਖੋ ਕਿੰਨਾ ਸੌਖਾ ਰਾਸਤਾ ਹੈ ਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬ ਨੂੰ ਪਾ ਲਈਦਾ। ਮਤਲਬ ਕਿ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣਾ, ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾ ਲੈਣਾ, ਗੁਰੂ ਨੇ ਜੋ ਗੁਣ ਦਿੱਤੇ ਨੇ ਉਹਨਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ। ਇਸ ਲਈ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਹਰ ਪਲ ਸਾਨੂੰ ਰੱਬੀ ਹੁਕਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ, ਰੱਬੀ ਸਲਾਹ ਕਰਨੀ ਚਾਹੀਦੀ ਹੈ। ਤੇ ਗੁਰੂ ਜੀ ਗਾਰੰਟੀ ਦੇ ਰਹੇ ਨੇ
ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਣੀ ਪੈਂਦਾ ਹੈ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜਿੰਦਾ ਹੈ, ਉਹ ਉਸ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਸੁੱਧ ਦਾ ਮਤਲਬ ਇੱਥੇ ਜਿਹੜੀ ਇਹ ਸਾਰੇ ਆਪ ਦੇ ਨਾਲ ਸੁੱਧ ਔਰ ਸੁੱਧ ਕੀਤੇ ਬਾਰੇ ਵਿਚਾਰ ਆਪਾਂ ਖੁੱਲੀ ਪਹਿਲਾਂ ਕਰ ਚੁੱਕੇ ਹਾਂ, ਇਸ ਲਈ ਇੱਥੇ ਇਹਦੀ ਵਿਚਾਰ ਦੀ ਜ਼ਰੂਰਤ ਨਹੀਂ ਹੈ। ਤੇ ਸੁੱਧ ਸ਼ਬਦ ਦਾ ਪਾਠ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਹ ਸਿਰਫ ਲਿਖਾਰੀ ਵਾਸਤੇ ਸੂਚਨਾ ਸੀ ਕਿ ਇਹ ਚੈੱਕ ਕਰ ਲਈ ਗਈ ਹੈ ਔਰ ਬਾਣੀ ਇਹਦੇ ਵਿੱਚ ਕੋਈ ਉਕਾਈ ਲਿਖਣ ਦੇ ਵਿੱਚ ਨਹੀਂ ਹੈ। ਤਾਂ ਅੱਜ ਦੀ ਇਹ ਜੋ ਵਾਰ ਹੈ ਇਹ ਇੱਥੇ ਸਮਾਪਤ ਹੁੰਦੀ ਹੈ, ਵਡਹੰਸ ਦੀ ਵਾਰ। ਹੁਣ ਅਗਲੀ ਜੋ ਵਾਰ ਹੈ ਸੋਰਠ ਕੀ ਵਾਰ ਦੀ ਵਿਚਾਰ ਅਸੀਂ ਆਰੰਭ ਕਰਾਂਗੇ, ਤੇ ਉਹ ਜਿਹੜੀ ਵਾਰ ਹੈ ਅਸੀਂ ਹੁਣ ਸੋਮਵਾਰ ਤੋਂ ਆਰੰਭ ਕਰਾਂਗੇ। ਅੱਜ ਦੀ ਇਹ ਵਾਰ ਇੱਥੇ ਸਮਾਪਤ ਹੁੰਦੀ ਹੈ। ਤਾਂ ਇਸ ਵਾਰ ਦੇ ਅੰਦਰ ਆਪ ਨੂੰ ਕੀ ਨਵਾਂ ਮਿਲਿਆ ਔਰ ਕੀ ਅਸੀਂ ਇਹਦੇ ਵਿੱਚੋਂ ਨਵਾਂ ਜਾਣਿਆ ਜਾਂ ਸਿੱਖਿਆ। ਜੇ ਕੋਈ ਵੀਰ ਭੈਣ ਇਹਦੇ ਬਾਰੇ ਆਪਣੇ ਵਿਚਾਰ ਦੇਣੇ ਚਾਹੇ ਤਾਂ ਵਿਚਾਰ ਦੇ ਸਕਦਾ ਹੈ, ਕਿਉਂਕਿ ਸਾਡੇ ਕੋਲ ਕਾਫੀ ਹਾਲੇ ਟਾਈਮ ਹੈ। ਤੇ ਵਾਰ ਦੀ ਇੱਥੇ ਸਮਾਪਤੀ ਹੈ। ਅਗਲੀ ਵਾਰ ਸੋਰਠ ਕੀ ਵਾਰ ਸ਼ੁਰੂ ਹੋਏਗੀ, ਉਹ ਮੈਂ ਸ਼ਬਦ ਜਿਹੜਾ ਹੈ ਗਰੁੱਪ ਦੇ ਵਿੱਚ ਪਾ ਦੇਵਾਂਗਾ, ਉਹ ਆਪ ਉੱਥੋਂ ਨੋਟ ਕਰ ਲੈਣਾ। ਤੇ ਅੱਜ ਦੀ ਇਸ ਵਾਰ ਬਾਰੇ ਜੋ ਵੀ ਆਪਨੇ ਹੁਣ ਤੱਕ, ਕਿਉਂਕਿ ਸਾਰੇ ਵੀਰ ਭੈਣਾਂ ਅਸੀਂ ਬਾਣੀ ਪੜ੍ਹਦੇ ਹਾਂ, ਇਸ ਵਾਰ ਦੇ ਅੰਦਰ ਤੁਹਾਨੂੰ ਕੀ ਨਵਾਂ ਮਿਲਿਆ ਹੈ, ਜੇ ਕੋਈ ਵਿਚਾਰ ਦੇਣੇ ਚਾਹੋ ਤਾਂ ਦੇ ਸਕਦੇ ਹੋ। ਜੇ ਕਿਸੇ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਅਨਮਿਊਟ ਹੋ ਕੇ ਪੁੱਛ ਸਕਦੇ ਹੋ। ਅਗਲੀ ਕਾਰਵਾਈ ਕਲਾਸ ਦੀ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।